ਸੋ ਆਓ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਅਤੇ ਸ਼ੁਕਰ ਕਰਨੇ ਕਿ ਸਾਨੂੰ ਹੀ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਿਆ ਹੈ। ਅਤੇ ਜੇਕਰ ਮੌਕਾ ਮਿਲਿਆ ਤਾਂ ਆਪਾਂ ਇੱਕ ਦੂਸਰੇ ਨਾਲ ਖੁਦਾ ਦੇ ਕਲਾਮ ਦੀਆਂ ਗੱਲਾਂ ਕਰਨ ਵਾਲੇ ਹਾਂ। ਲੇਕਿਨ ਇਸ ਤੋਂ ਪਹਿਲਾਂ ਕਿ ਖੁਦਾ ਦੇ ਕਲਾਮ ਦੀਆਂ ਗੱਲਾਂ ਕਰੀਏ, ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਅਤੇ ਨੀਦਰਲੈਂਡ ਦੀ ਸਾਰੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰਿਆਂ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਅਤੇ ਉਹ ਬਈ ਖੁਦਾ ਦਾ ਬੰਦਾ ਸੁਲੇਮਾਨ, ਜਿਸ ਨੂੰ ਖੁਦਾ ਨੇ ਬੜੀ ਹਿਕਮਤਦਾਨ ਸ਼ਕਲ ਫਹਿਮ ਦੇ ਨਾਲ ਨਵਾਜ਼ਿਆ, ਅਤੇ ਉਹਨੇ ਕੀੜੇ ਮਕੌੜੇ 'ਚ ਪਾਇਆ, ਦਰਖਤਾਂ ਦੇ ਉੱਤੇ ਕਲਾਮ ਵੀ ਕੀਤਾ। ਅਤੇ ਅਮਸਾਲ 30 ਬਾਬ 24 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਅਤੇ ਬਾਈਬਲ 'ਚ ਲਿਖਿਆ ਮਿਲਦਾ ਹੈ ਕਿ ਉਹ ਕਹਿੰਦਾ ਹੈ ਕਿ 4 ਚੀਜ਼ਾਂ ਮੈਂ ਜ਼ਮੀਨ ਉੱਤੇ ਵੇਖੀਆਂ ਹੈ, ਇਹ ਦਨਾਹ ਨੇ, ਹੈਗੀਆਂ ਕਮਜ਼ੋਰ ਹੈ ਪਰ ਦਨਾਹ ਹੈ, ਜਿਨ੍ਹਾਂ ਦੇ ਵਿੱਚੋਂ ਚਿਊਂਟੀ ਦੱਸਦਾ ਹੈ, ਸਫਾਨ ਦੱਸਦਾ ਹੈ, ਟਿੱਡੀਆਂ ਦੱਸਦਾ ਹੈ ਅਤੇ ਛਿਪਕਲੀ ਦੱਸਦਾ ਹੈ। ਸੋ ਅੱਜ ਅਸੀਂ ਸਫਾਨ ਦੇ ਬਾਰੇ ਸਿੱਖਣ ਡਏ ਸੀ। ਸਫਾਨ ਦੇ ਬਾਰੇ ਬਾਈਬਲ 'ਚ ਲਿਖਿਆ ਮਿਲਦਾ ਹੈ ਕਿ ਸਫਾਨ ਖਰਗੋਸ਼ ਨੁਮਾ ਹਲਕਾ ਫੁਲਕਾ ਜਿਹਾ ਜਾਨਵਰ ਹੈ, ਪਰ ਇਹ ਚਟਾਨਾਂ ਦੇ ਦਰਮਿਆਨ ਲਿਖਿਆ ਹੈ ਆਪਣਾ ਘਰ ਬਣਾਉਂਦਾ ਹੈ। ਅਤੇ ਸਾਡੀ ਚਟਾਨ ਮਸੀਹ। ਸੋ ਸਾਨੂੰ ਵੀ ਚਾਹੀਦਾ ਹੈ ਚਟਾਨ ਉੱਤੇ ਸਾਡਾ ਵੀ ਈਮਾਨ ਹੋਣਾ ਚਾਹੀਦਾ, ਅਤੇ ਅਬਲੀਸ ਸਾਨੂੰ ਈਮਾਨ ਤੋਂ ਥੜਕਾਉਂਦਾ ਹੈ। ਹਾਲਾਂਕਿ ਜ਼ਬੂਰ 91 ਨੂੰ ਜਿਸ ਵੇਲੇ ਪੜ੍ਹਦੇ ਹਾਂ ਤਾਂ ਲਿਖਿਆ ਮਿਲਦਾ ਹੈ, ਜਿਹੜਾ ਹੱਕ ਤਾਲਾ ਦੇ ਪਰਦੇ ਦੇ ਵਿੱਚ ਰਹਿੰਦਾ ਹੈ, ਹੱਕ ਤਾਲਾ ਦੇ, ਖੁਦਾ ਦੀ ਮੌਜੂਦਗੀ, ਖੁਦਾ ਦੀ ਹਜ਼ੂਰੀ, ਉਹ ਕਾਦਰ ਮੁਤਲਕ ਦੇ ਸਾਇਆ ਦੇ ਵਿੱਚ ਸਕੂਨਤ ਕਰੇਗਾ, ਕਿਉਂਕਿ ਉਹ ਹੱਕ ਤਾਲਾ ਦੇ ਪਰਦੇ 'ਚ ਰਹਿੰਦਾ ਹੈ। ਅਤੇ ਅਮਸਾਲ ਦੀ ਕਿਤਾਬ 27 ਬਾਬ ਤੇ 8 'ਚ ਲਿਖਿਆ ਹੈ, ਆਪਣੇ ਮਕਾਨ ਤੋਂ ਵਾਰਾ ਇਨਸਾਨ, ਆਪਣੇ ਮਕਾਨ, ਖੁਦਾ ਸਾਡੀ ਪਨਾਹ ਗਾਹ ਹੈ, ਖੁਦਾ ਸਾਡਾ ਆਪਣਾ ਹੈ। ਗਲਤੀਓਂ 4 ਬਾਪ ਜਿਸ ਵੇਲੇ 6 ਐਤ ਨੂੰ ਪੜ੍ਹਦੇ ਹਾਂ ਅਤੇ ਲਿਖਿਆ ਮਿਲਦਾ ਹੈ, ਤੁਸੀਂ ਪੁੱਤਰ ਹੋ, ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਆ ਗਿਆ ਹੈ, ਇਸੇ ਕਰਕੇ ਤੁਸੀਂ ਬਾਪ ਯਾਨੀ ਉਸ ਨੂੰ ਅੱਬਾ ਕਹਿ ਕੇ ਪੁਕਾਰਦੇ ਹੋ। ਅਤੇ ਜੇਕਰ ਉਸ ਨੂੰ ਅੱਬਾ ਕਹਿਣ ਵਾਲੇ ਲੋਕ ਹਾਂ, ਕਾਦਰ ਮੁਤਲਕ ਨੂੰ, ਅਤੇ ਫਿਰ ਅੱਬੇ ਦੇ ਸਾਏ 'ਚ ਰਹਿਣਾ, ਅੱਬੇ ਦੀ ਹਜ਼ੂਰੀ 'ਚ ਰਹਿਣਾ, ਅੱਬੇ ਨਾਲ ਲਿਪਟ ਜਾਣਾ। ਕਿਉਂਕਿ ਅਸੀਂ ਯਸਾਇਆ 13 ਬਾਪ ਨੂੰ ਵੀ ਸੁਆ ਪੜ੍ਹਿਆ ਸੀ ਕਿ ਖੁਦਾ ਨੇ ਯਸਾਇਆ ਨਬੀ ਨੂੰ ਆਖਿਆ ਕਿ ਜਾ ਕਤਾਨੀ ਕਮਰਬੰਦ ਖਰੀਦ ਲਾ, ਅਤੇ ਉਹਨੇ ਜਾ ਕੇ ਖਰੀਦ ਲਿਆ। ਇਹਨੂੰ ਆਪਣੀ ਕਮਰ ਨਾ ਬੰਨ੍ਹਣਾ, ਇਹਨੂੰ ਪਾਣੀ ਵਿੱਚ ਨਾ ਭਗੋਈ, ਤਾਂ ਉਹਨੇ ਇਸੇ ਤਰ੍ਹਾਂ ਕੀਤਾ। ਕੁਝ ਦਿਨਾਂ ਬਾਅਦ ਖੁਦਾ ਕਹਿੰਦਾ ਜਾ ਕੇ ਇਹਨੂੰ ਦਰਿਆ ਫਰਾਤ ਦੇ ਕਿਨਾਰੇ ਚਟਾਨ ਦੇ ਸ਼ਗਾਫਾਂ ਦੇ ਵਿੱਚ ਜਾ ਕੇ ਦੱਬਿਆ। ਕਹਿੰਦਾ ਮੈਂ ਗਿਆ ਹੈ ਅਤੇ ਮੈਂ ਜਾ ਕੇ ਦਰਿਆ ਫਰਾਤ ਦੇ ਕਿਨਾਰੇ ਚਟਾਨ ਦੇ ਸ਼ਗਾਫਾਂ ਦੇ ਵਿੱਚ ਦੱਬ ਦਿੱਤਾ। ਚੰਦ ਦਿਨਾਂ ਬਾਅਦ ਰੱਬ ਫਿਰ ਕਹਿੰਦਾ ਜਾ ਉੱਥੋਂ ਜਾ ਕੇ ਕੱਢ ਲਾ, ਅਤੇ ਕਹਿੰਦਾ ਜਦੋਂ ਮੈਂ ਕੱਢਿਆ ਅਤੇ ਉਹ ਕਿਸੇ ਕੰਮ ਦਾ ਨਹੀਂ ਸੀ, ਅਤੇ ਖੁਦਾ ਦਾ ਕਲਾਮ ਫਿਰ ਮੇਰੇ 'ਤੇ ਨਾਜ਼ਲ ਹੋਇਆ, ਅਤੇ ਉਸਨੇ ਆਖਿਆ ਇਹ ਯਹੂਦਾ ਦਾ ਘਮੰਡ ਅਤੇ ਇਸਰਾਈਲ ਦਾ ਵੱਡਾ ਗਰੂਰ ਹੀ, ਇਹ ਸ਼ਰੀਰ ਲੋਕ ਜਿਹੜਾ ਮੇਰੇ ਕਲਾਮ ਸੁਣਨ ਤੋਂ ਇਨਕਾਰ ਕਰਦੇ ਨੇ ਅਤੇ ਆਪਣੀ ਹੱਟਦਰਮੀ ਕਰਦੇ ਨੇ, ਇਹ ਉਸ ਕਮਰਬੰਦ ਦੀ ਮਾਨਦ ਹੋਣਗੇ ਜਿਹੜਾ ਕਿਸੇ ਕੰਮ ਦਾ ਨਹੀਂ ਰਹਿ ਗਿਆ। ਕਿਉਂਕਿ ਮੈਂ ਹਮੇਸ਼ਾ ਚਾਹਿਆ ਹੈ ਕਿ ਇਹ ਮੇਰੇ ਨਾਲ ਲਿਪਟੇ ਰਹਿਣ, ਮੈਂ ਇਹਨਾਂ ਦੇ ਨਾਲ, ਇਹ ਮੇਰੇ ਲੋਕ ਹੋਣ, ਇਹਨਾਂ ਦੇ ਵਸੀਲੇ ਮੇਰੀ ਸਤਾਇਸ਼ ਹੋਵੇ ਪੂਰੀ ਦੁਨੀਆ ਦੇ ਉੱਤੇ। ਜ਼ਬੂਰ ਨਵੀਸ ਕਹਿੰਦਾ ਹੈ ਖੁਦਾਵੰਦ ਦੇ ਵਿੱਚ ਰਹਿੰਦੀ ਹੈ, ਸੋ ਉਸ ਦਾ ਹੈ ਮਕਾਨ। ਅਤੇ ਆਪਣੇ ਮਕਾਨ ਤੋਂ ਅਮਸਾਲ 27 ਬਾਪ 8 'ਚ ਆਪਣੇ ਮਕਾਨ ਤੋਂ ਅਵਾਰਾ ਇਨਸਾਨ, ਖੁਦਾ ਸਾਡਾ ਮਕਾਨ ਹੈ, ਹੱਕ ਤਾਲਾ ਦੇ ਪਰਦਾ, ਉਸ ਚਿੜੀਆ ਦੀ ਮਨ ਦੇ ਜਿਹੜਾ ਆਪਣੇ ਆਸ਼ਿਆਨਾ ਤੋਂ ਭਟਕ ਜਾਂਦਾ ਹੈ।
ਈਮਾਨ ਤੋਂ ਡਾਵਾਡੋਲ ਹੋ ਜਾਂਦਾ ਹੈ। ਅਬਰਾਨੀ 3 ਬਾਪ ਉਹਦੀ 6 ਚ ਲਿਖਿਆ ਉਸ ਦਾ ਘਰ ਸੀ। ਉਹ ਸਾਡੇ ਅੰਦਰ ਰਹਿਣਾ ਚਾਹੁੰਦਾ ਹੈ, ਉਹ ਸਾਡੇ ਨਾਲ ਰਹਿਣਾ ਚਾਹੁੰਦਾ। ਉਹ ਕਹਿੰਦਾ ਮੇਰੇ ਨਾਲ ਲਿਪਟੋ। ਅਸੀਂ ਖੁਦਾ ਦੀ ਬਜਾਏ ਈਮਾਨ ਤੋਂ ਡਾਵਾਡੋਲ ਹੋ ਜਾਂਦੇ ਹਾਂ। ਐਸੇ ਲੋਕਾਂ ਦੇ ਮਗਰ ਲੱਗ ਜਾਂਦੇ ਹਾਂ ਜਿਨ੍ਹਾਂ ਦੇ ਬਾਰੇ ਬਾਈਬਲ 'ਚ ਲਿਖਿਆ ਮਿਲਦਾ ਏ, ਅਗਰ ਕੋਈ ਬੰਦਾ ਔਰ ਤਰ੍ਹਾਂ ਦੀ ਤਾਲੀਮ ਦਿੰਦਾ ਹੈ, ਯਾਨੀ ਸਾਡੇ ਖੁਦਾਵੰਦ ਦੀ ਯਿਸੂ ਮਸੀਹ ਦੀਆਂ ਗੱਲਾਂ ਨੂੰ ਨਹੀਂ ਮੰਨਦਾ, ਜਿਹੜੀਆਂ ਦੀਨਦਾਰੀ ਦੇ ਮੁਤਾਬਕ ਹੈ, ਉਹ ਮਗਰੂਰ ਹੈ। ਅਤੇ ਅਸੀਂ ਮਗਰੂਰਾਂ ਨੂੰ, ਖੁਦਾ ਨੂੰ ਛੱਡ ਕੇ, ਕਲਾਮ ਨੂੰ ਛੱਡ ਕੇ ਮਗਰੂਰਾਂ ਦੇ ਪਿੱਛੇ ਤੁਰ ਪੈਂਦੇ ਹਾਂ, ਰੇਤਾ 'ਤੇ ਘਰ ਬਣਾ ਲੈਂਦੇ ਹਾਂ। ਹਾਲਾਂਕਿ ਕਲਾਮ ਕਦਮਾਂ ਲਈ ਚਿਰਾਗ ਅਤੇ ਰਾਹ ਲਈ ਰੋਸ਼ਨੀ ਹੈ। ਅਤੇ ਜਿਸ ਵੇਲੇ ਇਹ ਕੋਈ ਸੰਭਾਲਦੇ ਨਹੀਂ ਕਿ ਬਈ ਇਹ ਅੰਬੋ ਗਰੋ ਡਿਨਾਮੀਨੇਸ਼ਨਾਂ ਟੋਲੇ, ਔਖਾ ਵਕਤ ਆ ਜੇ ਨਾ, ਉਹ ਬੰਦਾ ਜਿਸ ਵੇਲੇ ਭਲਿਓ ਰਿਟਾਇਰ ਹੋ ਜਾਂਦਾ ਨਾ, ਅਤੇ ਐਂਡ 'ਤੇ ਕਹਿੰਦੇ ਚੱਲ ਬਈ ਤੂੰ ਹੁਣ ਇਹ ਕੁਆਟਰ ਵੀ ਖਾਲੀ ਕਰ ਦੇ। ਅਤੇ ਜੇ ਖੁਦਾ ਨਾਲ ਲਿਪਟੇ ਰਹਾਂਗੇ ਤਾਂ ਮਕਾਸ਼ਵਾ ਦੀ ਕਿਤਾਬ ਉਹਦਾ 3 ਬਾਪ 20-21 ਤੋਂ ਪੜ੍ਹ ਕੇ ਵੇਖ ਲਓ, ਲਿਖਿਆ 21 'ਚ ਕਿ ਜਿਹੜਾ ਗਾਲਿਬ ਆਵੇ ਮੈਂ ਉਸ ਨੂੰ ਆਪਣੇ ਨਾਲ ਤਖਤ 'ਤੇ ਬਾਲਾਂਗਾ, ਜਿਸ ਤਰ੍ਹਾਂ ਮੈਂ ਤਖਤ 'ਤੇ ਗਾਲਿਬ ਆਣ ਕੇ ਬੈਠ ਗਿਆ ਉਹਨੂੰ ਵੀ ਨਾਲ ਹੀ ਬਿਠਾ ਲਾਂਗਾ। ਅਤੇ ਜਿਹਦੇ ਕੰਨ ਹੈਗੇ ਉਹ ਸੁਣ ਲਵੇ, ਰੂਹ ਕਲੀਸਿਆਵਾਂ ਨਾਲ ਗੱਲਾਂ ਕਰਦਾ ਹੈ। ਖੁਦਾ ਤਖਤ 'ਤੇ ਬਹਾਉਣ ਲਈ ਤਿਆਰ ਹੈ, ਅਤੇ ਜਿਨ੍ਹਾਂ ਨਾਲ ਲਿਪਟੇ ਹੋਏ ਆ, ਈਮਾਨ ਤੋਂ ਗੁੰਮਰਾਹ ਹੋਏ ਆ, ਖੁਦਾ 'ਤੇ ਤਵੱਕਲ ਹੀ ਨਹੀਂ ਕਰਦੇ ਪਏ, ਉਹਨਾਂ 'ਤੇ ਇੱਕ ਦਿਨ ਆਪਣਾ ਕੁਆਟਰ ਵੀ ਵਿਹਲਾ ਕਰਵਾ ਲੈਣਾ ਬਈ। ਅਤੇ ਆਓ ਆਪਣੇ ਮਕਾਨ ਤੋਂ ਅਵਾਰਾ ਨਾ ਹੋਈਏ, ਖੁਦਾ 'ਤੇ ਤਵੱਕਲ ਕਰੀਏ। ਅਤੇ ਫਿਰ ਬਾਜ਼ ਦਫਾ ਅਸੀਂ ਕੀ ਕਰਨੇ ਆ ਕਿ ਖੁਦਾ ਸਾਨੂੰ ਬਣਾਉਂਦਾ ਹੈ, ਅਤੇ ਅਸੀਂ ਇਸਤਿਸ਼ਨਾ 32 ਬਾਪ ਉਹਦੀ 18 ਐਤ ਤੋਂ ਵੀ ਪੜ੍ਹਿਆ ਸੀ। ਇਸਤਿਸ਼ਨਾ ਦੀ ਕਿਤਾਬ ਉਸਦਾ 32 ਬਾਪ, ਅਤੇ ਜਿਸ ਵੇਲੇ ਅਸੀਂ 18 ਐਤ ਤੋਂ ਪੜ੍ਹਿਆ ਅਤੇ ਲਿਖਿਆ ਮਿਲਦਾ ਏ, ਤੂੰ ਉਸ ਚਟਾਨ ਤੋਂ ਗਾਫਲ ਹੋ ਕੇ, ਤੂੰ ਉਸ ਚਟਾਨ ਤੋਂ ਗਾਫਲ ਹੋ ਕੇ ਜਿਸ ਤੋਂ ਤੂੰ ਪੈਦਾ ਹੋਇਆ ਵਾ, ਤੂੰ ਉਸ ਚਟਾਨ ਤੋਂ ਗਾਫਲ ਹੋ ਕੇ ਜਿਸ ਤੋਂ ਤੂੰ ਪੈਦਾ ਹੋਇਆ ਹੈ, ਅਤੇ ਉਹ ਖੁਦਾ ਜਿਹਨੂੰ ਤੂੰ ਭੁੱਲ ਗਿਆ ਉਹਦੇ ਤੋਂ ਤੂੰ ਖਲਕ ਹੋਇਆ ਹੈ। ਫਿਰ ਖੁਦਾ ਨੇ ਇਹ ਗੱਲ ਵੇਖ ਕੇ ਤੇਰੇ ਤੋਂ ਨਫ਼ਰਤ ਕੀਤੀ, ਕਿਉਂਕਿ ਤੁਹਾਡੇ ਧੀਆਂ ਪੁੱਤਰਾਂ ਨੇ, ਉਹ ਕਹਿੰਦਾ ਇਹ ਮੈਨੂੰ ਗੁੱਸਾ ਦਿਲਾਇਆ। ਤੁਹਾਡੇ ਧੀਆਂ ਪੁੱਤਰਾਂ ਨੇ, ਉਹ ਜਿਸ ਨੇ ਖਲਕ ਕੀਤਾ ਹੈ, ਖਲਕ ਕਰਨ ਵਾਲੇ ਨੂੰ ਛੱਡਣਾ। ਅਤੇ ਯਸਾਇਆ ਨਬੀ ਬੜੀ ਇੱਕ ਖੂਬਸੂਰਤ ਗੱਲ ਕਰਦਾ ਹੈ। ਯਸਾਇਆ ਨਬੀ ਦੇ ਸੀਫੇ 'ਚ ਮਿਲਦਾ ਹੈ ਕਿ ਬੰਦਾ ਕੁਹਾੜਾ ਲੈਂਦਾ ਹੈ ਅਤੇ ਜੰਗਲ 'ਚ ਚਲਾ ਜਾਂਦਾ ਹੈ। ਕੁਹਾੜਾ ਲੈ ਕੇ ਅਤੇ ਜੰਗਲ 'ਚ ਚਲੇ ਜਾਂਦਾ ਹੈ, ਅਤੇ ਉੱਥੋਂ ਕੀ ਕਰਦਾ ਹੈ, ਮਨਪਸੰਦ ਫਿਰ ਲੱਕੜ ਕੱਟਦਾ ਹੈ। ਅਤੇ ਜਦੋਂ ਮਨਪਸੰਦ ਲੱਕੜ ਕੱਟਦਾ ਹੈ, ਅਤੇ ਉਸ ਲੱਕੜ ਤੋਂ ਫਿਰ ਉਹ ਬੁੱਤ ਨੂੰ ਖਲਕ ਕਰਦਾ ਹੈ, ਬੁੱਤ ਨੂੰ ਬਣਾਉਂਦਾ ਹੈ। ਅਤੇ ਜਿਸ ਵੇਲੇ ਉਹ ਬੁੱਤ ਨੂੰ ਬਣਾਉਂਦਾ ਹੈ, ਬੁੱਤ ਨੂੰ ਖਲਕ ਕਰਦਾ ਹੈ, ਅਤੇ ਉਹਨੂੰ ਘੜਦਾ ਹੈ ਵੀ ਇਸ ਦਰਖਤ ਦਾ ਮੈਂ ਖੁਦਾ ਬਣਾਉਣਾ। ਉਹ ਆਪਣਾ ਖੁਦਾ ਨੇ ਸਾਨੂੰ ਬਣਾਇਆ, ਉਹ ਸਾਡੀ ਚਟਾਨ, ਉਸਨੇ ਸਾਨੂੰ ਖਲਕ ਕੀਤਾ, ਉਹ ਇਸ ਨੂੰ ਅਸੀਂ ਆਪ ਖਲਕ ਕਰਦੇ, ਇਹਦਾ ਨੱਕ ਮੂੰਹ ਬਣਾਉਣੇ, ਅਤੇ ਇਹਦੇ ਖਾਲਕ 'ਤੇ ਬੰਦਾ ਜਿਹੜਾ ਬਣਾਉਂਦਾ ਉਹ ਬਣਦਾ ਹੈ। ਅਤੇ ਫਿਰ ਕਹਿੰਦਾ ਜਿਹੜੇ ਇਹਦੇ ਟੁਕੜੇ ਬਚ ਜਾਂਦੇ ਨੇ, ਜਿਹੜੇ ਇਹਦੇ ਟੁਕੜੇ ਬਚ ਜਾਂਦੇ ਨੇ, ਉਹਨਾਂ ਦੇ ਨਾਲ ਫਿਰ ਅੱਗ ਜਲਾਉਂਦਾ ਹੈ, ਉਹਦੇ 'ਤੇ ਰੋਟੀ ਪਕਾਉਂਦਾ ਹੈ, ਰੋਟੀ ਪਕਾ ਕੇ ਅਤੇ ਫਿਰ ਖਾਂਦਾ ਹੈ, ਸੇਕਦਾ ਹੈ ਉਹਨੂੰ, ਅਤੇ ਕਹਿੰਦਾ ਹਾਂ
ਸਰਦੀ ਬੜੀ ਸੀਗੀ, ਰੋਟੀ ਵੀ ਖਾਧੀ ਏ, ਅੱਗ ਵੀ ਸੇਕੀ ਏ, ਤੇ ਉਸੇ ਦੇ ਟੁਕੜੇ ਦੇ ਨਾਲ ਯਸਾਇਆ 44 ਬਾਪ ਨੂੰ ਪੜ੍ਹ ਕੇ ਵੇਖੋ। ਉਸੇ ਦੇ ਟੁਕੜੇ ਨੂੰ ਜਿਹੜਾ ਮਕਰੂ, ਉਹ ਉਹਦੇ ਨਾਲ ਤੇ ਉਹ ਟੁਕੜੇ ਚੰਗੇ, ਉਹ ਜਿਨ੍ਹਾਂ ਤੇ ਅੱਗ ਜਲਾਈ ਗਈ, ਉਹ ਜਿਹਨੇ ਰੋਟੀ ਪਕਾ ਦਿੱਤੀ, ਉਹ ਜਿਹਨੇ ਗੋਸ਼ਤ ਭੁੰਨ ਦਿੱਤਾ, ਉਹ ਜਿਹਨੇ ਸੇਕਾ ਦੇ ਦਿੱਤਾ, ਪਰ ਉਸੇ ਦੇ ਬਾਕੀ ਟੁਕੜੇ ਨੂੰ ਫਿਰ ਉਹ ਸਜਦਾ ਕਰਦਾ ਹੈ ਮਕਰੂਹ ਚੀਜ਼ ਨੂੰ। ਅਸੀਂ ਈਮਾਨ ਤੋਂ ਗਮਰਾਹ ਹੋ ਜਾਂਦੇ ਹਾਂ, ਚਟਾਨ ਨੂੰ ਛੱਡ ਦਿੰਦੇ ਹਾਂ, ਤੇ ਉਹ ਚੀਜ਼ ਜਿਹਨੂੰ ਖੁਦ ਖਲਕ ਕਰਨੇ ਆ, ਉਹ ਖਾਲਕ, ਉਹ ਚਟਾਨ। ਤੇ ਜਦੋਂ ਅਸੀਂ ਇੱਦਾਂ ਕਰਨੇ ਆ ਤੇ ਫਿਰ ਖੁਦਾ ਕਹਿੰਦਾ ਮੈਂ ਫਿਰ ਨਫ਼ਰਤ ਕਰਨਾ ਹੈ, ਮੈਨੂੰ ਗੁੱਸਾ ਚੜ੍ਹਦਾ ਹੈ ਤੁਹਾਡੀਆਂ ਗੱਲਾਂ ਤੋਂ, ਕਿਉਂਕਿ 44 ਬਾਪ, ਯਸਾਇਆ 44 ਬਾਪ ਉਹਦੀ 18 ਤੋਂ ਪੜ੍ਹਨੇ ਆ। 17 ਕਹਿੰਦਾ ਹੈ ਤੂੰ ਮੇਰਾ ਖੁਦਾ ਹੈ ਤੇ ਮੈਨੂੰ ਨਜਾਤ ਦੇ ਲੱਕੜੀ ਦੇ ਟੁਕੜੇ ਨੂੰ, ਤੇ ਨਹੀਂ ਜਾਣਦੇ ਤੇ ਨਹੀਂ ਸਮਝਦੇ, ਅੱਖਾਂ ਹੈਗੀਆਂ ਪਰ ਬੰਦ ਨੇ, ਦਿਲ ਸਖਤ ਨੇ ਤੇ ਸਮਝਦੇ ਹੀ ਨਹੀਂ, ਦਿਲ ਵਿੱਚ ਸੋਚਦਾ ਹੀ ਨਹੀਂ, ਕਿਉਂਕਿ ਲਿਖਿਆ ਹੈ ਮਾਰਫਤ ਤੇ ਤਮੀਜ਼ ਹੋਵੇ। ਤੇ ਫਿਰ ਆਪੇ ਹੀ ਕਹਿਣ ਉਹ ਇਹਦੇ ਟੁਕੜੇ ਦੇ ਨਾਲ ਤੇ ਮੈਂ ਅੱਗ ਜਲਾਈ ਸੀ, ਉਹ ਇਹਦੇ ਮਕਰੂ ਹਿੱਸੇ ਨੂੰ ਮੈਂ ਸਜਦਾ ਕਰਨ ਡਿਆ। ਤੇ ਆਓ ਵੀ ਖੁਦਾ ਸਾਨੂੰ ਅਕਲ ਦੇਵੇ, ਤਮੀਜ਼ ਦੇਵੇ, ਤੇ ਅਸੀਂ ਸੋਚ ਵਿਚਾਰ ਕਰੀਏ ਕਿ ਸਫਾਨ ਤੇ ਚਟਾਨ ਤੇ ਘਰ ਬਣਾਉਂਦਾ ਤੇ ਅਸੀਂ ਕੀ ਕਰਨ ਡਏ ਹਾਂ। ਸੋ ਵੀ ਭਲਿਓ, ਅੱਜ ਮੌਕਾ ਹੈ ਕਿ ਅਸੀਂ ਅਕਲ ਕਰੀਏ, ਤਮੀਜ਼ ਕਰੀਏ, ਆਪਣੇ ਆਪ ਨੂੰ ਸੰਭਾਲੀਏ, ਈਮਾਨ ਤੋਂ ਗੁੰਮਰਾਹ ਨਾ ਹੋਈਏ, ਚਟਾਨ ਉੱਤੇ ਘਰ ਬਣਾਈਏ। ਤੇ ਸੋ ਖੁਦਾ ਸੁਣਨ ਵਾਲਿਆਂ ਨੂੰ ਬਰਕਤ ਦੇਵੇ ਤੇ ਇਸੇ ਤਰ੍ਹਾਂ ਹੀ ਹੋਵੇ। ਤੇ ਕਲਾਮ ਨੂੰ ਸੁਣਨ ਵਾਸਤੇ ਜ਼ਰੂਰ ਬਈ ਕਲਾਮ ਨੂੰ ਲਾਈਕ ਵੀ ਕਰਨਾ ਹੈ, ਸ਼ੇਅਰ ਵੀ ਕਰਨਾ ਹੈ, ਤੇ ਬੈਲ ਦਾ ਬਟਨ ਵੀ ਦਬਾਉਣਾ ਹੈ, ਤਾਂ ਕਿ ਇਸੇ ਤਰ੍ਹਾਂ ਹੀ ਖੁਦਾ ਦਾ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇ ਤੇ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਮਿਲ ਕੇ ਸਿੱਖੀਏ ਤੇ ਬਰਕਤ ਪਾਈਏ। ਸੋ ਕਲਾਮ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਬਾਈ ਬੈਲ ਦਾ ਬਟਨ ਵੀ ਦਬਾਉਣਾ। ਖੁਦਾ ਤੈਨੂੰ ਬਰਕਤ ਦੇਵੇ।